हम गुरु गोबिंद सिंह हमू नानक अस्त, हमू रतन जोहर हमू मानक अस्त। अमृत बाणी हर हर तेरी, सुन सुन होवे परम गत मेरी। जलन बुझी शीतल हुए मनुआ, सतगुर का दर्शन पाए जियो। जिना सास गिरास ना विसरे, हर नामा मन मंत। धन से नानका, पूरन सोई संत। 148 अंग तो आज दी विचार गुरु पातशाह बख्शिश कर रहे ने। माज की वार श्री गुरु नानक देव महाराज 22 नंबर पौड़ी दे नाल 2 श्लोक ने। पहला श्लोक कल विचारिया गया सी, आओ दूसरे श्लोक नूं विचारदे हां। धन गुरु अंगद देव महाराज दूसरे श्लोक के अंदर एक विचार दे रहे हैं। जीवन किवें जीविया जाए, सही जीवन जीण दी जुगत की है। जीवन महान बन सके, जीवन उच्चा हो सके, पहला तो पता ही नहीं चलता केड़ा रास्ता जा रहे है, केड़े पासे जाना है। मनुख भुलेखे च भरम है। भरम किवें दूर होवे, मैनू खुद पता चल सके मैं ठीक चल रहा जां नहीं चल रहा, जां मेरी तरक्की हो रही है जां नहीं हो रही। ਉਹਦੇ बारे एक ज्ञान गुरु साहब दे रहे ने, आओ सरवण करते हाँ। महला दूजा, नानक परखे आप को तां पारख जान। हे नानक, जिहड़ा अपने आप नूं परखदा है, ਉਹ ਸਹੀ ਪਾਰਖੂ ਜਾਣੋ ਉਹਨੂੰ, ਉਹ ਸਹੀ ਪਾਰਖੂ ਹੈ। ਜੋ स्वयं ਦੀ ਜਾਂਚ ਪੜਤਾਲ ਕਰੇ, स्वयं ਨੂੰ। ਮਨੁੱਖੀ ਇਹ ਜੀਵਨ, ਇਹਦੇ 'ਚ 3 ਚੀਜ਼ਾਂ ਨੇ, ਤਨ ਮਨ ਤੇ ਆਤਮਾ। ਇਹਨਾਂ ਨੂੰ ਜਾਣਨ ਦੀ ਲੋੜ ਹੈ। ਤਨ ਦਾ ਅਸਰ ਮਨ ਤੇ ਕਿਵੇਂ ਪੈਂਦਾ ਹੈ, ਮਨ ਦਾ ਅਸਰ ਤੇ ਤਨ ਤੇ ਪੈਂਦਾ ਹੈ। ਤਨ ਦਾ ਅਸਰ ਮਨ ਤੇ, ਮਨ ਦਾ ਅਸਰ ਤਨ ਤੇ। ਆਤਮਾ ਦਾ ਕੀ ਰੋਲ ਹੈ ਇਹਦੇ ਵਿੱਚ? ਇਹਨਾਂ ਤਿੰਨਾਂ ਦਾ ਬੜਾ ਜੋੜ ਹੈ। ਇਹ ਤਿੰਨੇ ਮਿਲਾ ਕੇ ਪੂਰਾ ਮਨੁੱਖ ਬਣਦਾ ਹੈ। ਇਹਦੀ ਜਾਂਚ ਪੜਤਾਲ ਹੈ। ਜਿਹੜਾ ਆਪਣੇ ਆਪ ਨੂੰ ਜਾਣਦਾ ਹੈ, ਉਹ ਆਪਣੇ ਤਨ ਨੂੰ ਜਾਣਦਾ ਹੈ, ਉਹ ਆਪਣੇ ਮਨ ਨੂੰ ਜਾਣਦਾ ਹੈ, ਉਹ ਆਪਣੀ ਆਤਮਾ ਨੂੰ ਜਾਣਦਾ ਹੈ। ਇਹ ਆਪਣੇ ਆਪ ਨੂੰ ਜਾਣਨਾ, ਉਹ ਸਹੀ ਪਾਰਖੂ ਹੈ। ਤੇ ਜਾਣਨਾ ਕੀ ਹੈ ਭਲਾ ਇਹਦੇ ਵਿੱਚ? ਕਹਿੰਦੇ ਜਾਣਨਾ ਇਹ ਹੈ, ਰੋਗ ਦਾਰੂ ਦੋਵੇ ਬੁਝੇ ਤਾਂ ਵੈਦ ਸੋ ਜਾਣ। ਕਹਿੰਦੇ ਜਿਹੜਾ ਆਪਣੇ ਰੋਗ ਨੂੰ ਲੱਭੇ, ਆਪਣੀ ਕਮਜ਼ੋਰੀ ਨੂੰ ਲੱਭੇ ਤੇ ਉਸ ਕਮਜ਼ੋਰੀ ਦਾ ਇਲਾਜ ਲੱਭੇ, ਉਹ ਸਹੀ ਵੈਦ, ਸੁਜਾਨ ਵੈਦ, ਸਿਆਣਾ ਵੈਦ ਹੈ। ਦੂਸਰਿਆਂ ਦੀ ਕਮਜ਼ੋਰੀ ਲੱਭਣ ਵਾਲਾ ਨਿੰਦਕ ਹੁੰਦਾ ਹੈ। ਦੂਸਰਿਆਂ ਦੀ ਔਗਣ ਛਾਂਟਣ ਵਾਲਾ ਨਿੰਦਕ ਹੁੰਦਾ, ਜਿਸ ਦੀ ਗੱਲ ਕੱਲ ਚਲੀ ਸੀ, ਕੱਲ ਦੇ ਸ਼ਬਦ 'ਚ। ਕਹਿੰਦੇ ਸਹੀ ਜੀਵਨ ਜੀਣ ਦਾ ਤਰੀਕਾ ਇਹ ਹੈ ਕਿ ਆਪਣਾ ਰੋਗ ਲੱਭੋ, ਆਪਣੀ ਬਿਮਾਰੀ ਲੱਭੋ। ਤੇ ਖਾਲੀ ਬਿਮਾਰੀ ਲੱਭਿਆ ਕੁਛ ਨਹੀਂ ਹੋਣਾ, ਉਹਦਾ ਦਾਰੂ ਵੀ ਲੱਭਣਾ ਪਏਗਾ। ਜਿਹੜਾ ਆਪਣੀ ਕਮਜ਼ੋਰੀ ਲੱਭ ਕੇ ਤੇ ਉਸ ਕਮਜ਼ੋਰੀ ਦਾ ਇਲਾਜ ਕਰਦਾ ਹੈ,
ਉਹ ਸਹੀ ਵੈਦ ਹੈ, ਸੁਜਾਨ ਵੈਦ ਹੈ, ਜੋ ਸਵयं ਦੀ ਜਾਂਚ ਪੜਤਾਲ ਕਰਦਾ। ਇਹ ਹੈ ਸਵयं ਦੀ ਜਾਂਚ ਪੜਤਾਲ। ਸਵयं ਦੀ ਜਾਂਚ ਪੜਤਾਲ ਆਪਣੀ ਕਮਜ਼ੋਰੀਆਂ ਦੀ ਜਾਂਚ ਪੜਤਾਲ ਹੈ। ਆਪਣੀਆਂ ਖਾਮੀਆਂ ਨੂੰ ਲੱਭਣਾ ਹੈ, ਕਮਜ਼ੋਰੀਆਂ ਨੂੰ ਲੱਭਣਾ ਹੈ, ਕਿੱਥੇ ਹਨ। ਇੱਕ ਅਰਜ਼ ਹੋਰ ਕਰਾਂ, ਕਹਿੰਦੇ ਨੇ ਮੇਨ ਕਮਜ਼ੋਰੀ ਮਨੁੱਖ ਦੀ ਇੱਕੋ ਹੀ ਹੁੰਦੀ ਹੈ। ਮੇਨ ਕਮਜ਼ੋਰੀ ਹਰ ਬੰਦੇ ਦੀ ਆਪਣੀ ਇੱਕ ਹੈ। ਉਸ ਮੇਨ ਕਮਜ਼ੋਰੀ ਕਾਰਨ, ਉਸ ਮੇਨ ਰੋਗ ਕਾਰਨ ਅਨੇਕ ਰੋਗ ਉਹਦੇ ਅੰਦਰ ਪੈਦਾ ਹੁੰਦੇ ਨੇ। ਮੇਨ ਕਮਜ਼ੋਰੀ ਇੱਕੋ ਹੁੰਦੀ ਹੈ ਜਿਹਦੀ ਕਰਕੇ ਅਨੇਕ ਅੜਚਨਾਂ ਨੇ। ਉਹਦੇ ਕਾਰੋਬਾਰ 'ਚ ਵੀ ਅੜਚਨ ਹੈ ਤੇ ਉਸ ਮੇਨ ਕਮਜ਼ੋਰੀ ਕਾਰਨ ਹੈ। ਸਰੀਰ ਵੀ ਉਹਦਾ ਤੰਦਰੁਸਤ ਨਹੀਂ ਹੈ ਤੇ ਉਹ ਮੇਨ ਇੱਕ ਕਮਜ਼ੋਰੀ ਕਾਰਨ ਹੈ। ਰਿਸ਼ਤਿਆਂ 'ਚ ਵਿਗਾੜ ਹੈ ਤਾਂ ਵੀ ਉਸ ਮੇਨ ਇੱਕ ਕਮਜ਼ੋਰੀ ਕਾਰਨ। ਰੱਬ ਦੀ ਪ੍ਰਾਪਤੀ 'ਚ ਰੁਕਾਵਟ ਹੈ ਤਾਂ ਵੀ ਉਸ ਮੇਨ ਇੱਕ ਕਮਜ਼ੋਰੀ ਕਾਰਨ। ਬਹੁਤ ਵੱਡੀ ਕਮਜ਼ੋਰੀ ਇੱਕ ਇਹ ਹੈ ਕਿ ਉਸ ਕਮਜ਼ੋਰੀ ਨੂੰ ਬੰਦਾ ਲੱਭ ਹੀ ਨਹੀਂ ਪਾਉਂਦਾ। ਤੇ ਵੈਸੇ ਉਹ ਦੂਜੇ ਲੱਭ ਦਿੰਦੇ ਨੇ ਵੀ ਮਰਜ਼ ਕਰਾਂ, ਨਿੰਦਕ ਲੱਭ ਦਿੰਦੇ ਨੇ। ਇਸ ਵਾਸਤੇ ਜਿਹੜੇ ਸਾਡੇ ਓਪੋਜਿਟ ਬੰਦੇ ਹੋਣ, ਸਾਡੇ ਖਿਲਾਫ ਹੋਣ, ਉਹਨਾਂ ਨੂੰ ਚੋਰੀ ਸੁਣੋ ਕਿ ਸਾਡੇ ਬਾਰੇ ਕੀ ਕਹਿੰਦੇ ਨੇ, ਸਾਡੀ ਕੋਈ ਕਮਜ਼ੋਰੀ ਬਿਆਨ ਕਰ ਰਹੇ ਨੇ। ਨਿੰਦਕ ਦੀ ਇਹ ਖੂਬੀ ਹੁੰਦੀ ਹੈ ਕਿ ਉਹ ਦੂਸਰੇ ਦੀ ਕਮਜ਼ੋਰੀ ਲੱਭਦਾ ਹੈ, ਪਰ ਜਿਸ ਦੀ ਕਮਜ਼ੋਰੀ ਲੱਭਦਾ ਉਹ ਔਖਾ ਹੁੰਦਾ ਹੈ। ਇਹੀ ਤੇ ਵੱਡੀ ਪ੍ਰੋਬਲਮ ਹੈ। ਜਿਹੜੇ ਭਗਤ ਲੋਕ ਹੁੰਦੇ ਨੇ, ਰੱਬ ਦੇ ਪਿਆਰੇ ਹੁੰਦੇ ਨੇ, ਉਹ ਨਿੰਦਕ ਕੋਲੋਂ ਔਖੇ ਨਹੀਂ ਹੁੰਦੇ। ਉਹ ਸਗੋਂ ਨਿੰਦਕ ਲੱਭਦੇ ਨੇ ਤੇ ਉਹ ਸਗੋਂ ਖੁਸ਼ ਹੁੰਦੇ ਨੇ ਕਿ ਉਹਨਾਂ ਨੂੰ ਕੋਈ ਨਿੰਦਕ ਲੱਭਿਆ, ਉਹਨਾਂ ਦੀ ਕਮਜ਼ੋਰੀ ਦੱਸੇਗਾ। ਇਹਦੇ 'ਚ ਨਿੰਦਕ ਕੋਈ ਭਲਾ ਨਹੀਂ ਕਰ ਰਿਹਾ, ਨਿੰਦਕ ਸਗੋਂ ਆਪਣਾ ਨੁਕਸਾਨ ਕਰ ਰਿਹਾ ਹੈ। ਪਰ ਭਗਤ ਉਸ ਤੋਂ ਵੀ ਲਾਭ ਲੈ ਲੈਂਦੇ ਨੇ। ਜਿਸ ਵੇਲੇ ਨਿੰਦਕ ਨੇ ਕੋਈ ਕਮਜ਼ੋਰੀ ਦੱਸੀ ਤੇ ਉਹਨਾਂ ਨੇ ਉਸ ਕਮਜ਼ੋਰੀ ਨੂੰ ਠੀਕ ਕਰ ਲਿਆ। ਤੇ ਗੁਰੂ ਪਾਤਸ਼ਾਹ ਕਹਿੰਦੇ ਹਨ, ਜਿਹੜਾ ਆਪਣੀ ਕਮਜ਼ੋਰੀ ਲੱਭ ਕੇ, ਆਪਣਾ ਰੋਗ ਲੱਭ ਕੇ ਉਹਦਾ ਇਲਾਜ ਕਰਦਾ ਹੈ, ਉਹ ਸਹੀ ਮਾਇਨਿਆਂ ਦੇ ਵਿੱਚ ਸਹੀ ਵੈਦ ਹੈ। ਹੁਣ ਇੱਥੇ ਰੋਗ ਕਿਵੇਂ ਲੱਭਿਆ ਜਾਏ, ਆਪਣਾ ਰੋਗ ਕਿਵੇਂ ਲੱਭਿਆ ਜਾਏ, ਫਿਰ ਆਪਾਂ ਅੱਗੇ ਚੱਲਦੇ ਹਾਂ। ਆਪਣੀ ਕਮਜ਼ੋਰੀ ਕਿਵੇਂ ਲੱਭੀ ਜਾਏ, ਚਲੋ ਲੱਭਦੇ ਹਾਂ ਆਪਾਂ। ਹੁਣ ਲੱਭਦੇ ਹਾਂ, ਸਤਸੰਗ 'ਚ ਬੈਠੇ ਨਾ, ਆਪਣੀ ਇੱਕ ਕਮਜ਼ੋਰੀ ਖਾਸ ਹੁੰਦੀ ਹੈ। ਕਮਜ਼ੋਰੀਆਂ ਤੇ ਅਨੇਕ ਨੇ, ਪਰ ਅਨੇਕ ਕਮਜ਼ੋਰੀਆਂ ਕਾਰਨ, ਇੱਕ ਕਮਜ਼ੋਰੀ ਦੀ ਕਾਰਨ ਹੀ ਅਨੇਕ ਕਮਜ਼ੋਰੀਆਂ। ਇੱਕ ਖਾਮੀ ਹੈ ਬੰਦੇ ਦੀ, ਮੇਜਰ ਪੁਆਇੰਟ ਉਹ ਹੈ, ਉਹਨੂੰ ਪੜੋ। ਬਾਕੀ ਸਭ ਠੀਕ ਹੋ ਜਾਂਦੀਆਂ ਨੇ। ਉਹਨੂੰ ਠੀਕ ਕਰਨ ਦੀ ਲੋੜ ਹੁੰਦੀ ਹੈ, ਉਹ ਨਹੀਂ ਠੀਕ ਹੋ ਪਾਉਂਦੀ ਹੈ। ਬਾਕੀ ਤੇ ਸਭ ਉਹਦੀ ਸਪੋਰਟ ਕਰਦੇ ਨੇ ਕਮਜ਼ੋਰੀਆਂ। ਮੰਨ ਲਓ ਕਿ ਇੱਕ ਬੰਦਾ ਬਹੁਤ ਸਿਆਣਾ ਹੈ, ਬੜਾ ਸਮਝਦਾਰ ਹੈ, ਪਰ ਇੱਕ ਕਮਜ਼ੋਰੀ ਉਹਦੀ ਕਿ ਜਿੱਦੀ ਹੈ। ਜਿੱਦ ਕਾਰਨ ਉਹਦੀ ਕਿਸੇ ਨਾਲ ਬਣਦੀ ਨਹੀਂ, ਜਿੱਦ ਕਾਰਨ ਉਹਨੂੰ ਪਸੰਦ ਨਹੀਂ ਕੋਈ ਕਰਦਾ, ਜਿੱਦ ਕਾਰਨ ਉਹਦੇ ਕੰਮਕਾਰ ਵੀ ਖਰਾਬ ਹੁੰਦੇ ਨੇ, ਜਿੱਦ ਕਾਰਨ ਸਿਮਰਨ 'ਚ ਵੀ ਵਿਘਨ ਪੈਂਦੇ ਨੇ, ਰੁਕਾਵਟਾਂ ਖੜੀਆਂ ਹੁੰਦੀਆਂ। ਬੰਦਾ ਚੰਗਾ ਪਰ ਜਿੱਦੀ ਬੜਾ, ਇੱਕ ਕਮਜ਼ੋਰੀ। ਫਿਰ ਮੈਂ ਅਰਜ਼ ਕਰਾਂ, ਜੀਵਨ ਦੀ ਇੱਕੋ ਹੀ ਕਮਜ਼ੋਰੀ ਹੁੰਦੀ ਹੈ। ਕਹਾਂਗੇ ਜੀ ਬੰਦਾ ਤੇ ਬਹੁਤ ਅੱਛਾ ਹੈ, ਪਰ ਕ੍ਰੋਧ ਹੈ, ਕ੍ਰੋਧ ਆ ਜਾਂਦਾ ਹੈ। ਉਂਝ ਨਿਤਨੇਮੀ ਵੀ ਹੈਗਾ, ਰੋਜ਼ ਪਾਠ ਵੀ ਕਰਦੇ, ਸਤਸੰਗੀ ਵੀ ਹੈਗਾ, ਜੁੜਦਾ ਵੀ ਬਹੁਤ ਪਿਆਰੇ ਤਰੀਕੇ ਨਾਲ ਹੈ, ਪਰ ਕ੍ਰੋਧ ਇਤਨਾ ਜ਼ਬਰਦਸਤ, ਕਿਸੇ ਨੂੰ ਵੀ ਗਲਮੀ ਫੜ ਲੈਂਦੇ। ਘਰ ਦੇ ਵਿੱਚ ਘਰ ਵਾਲੀ ਉੱਤੇ, ਬੱਚਿਆਂ ਉੱਤੇ ਕਰੋ ਤਾਂ ਇੱਕ ਕਮਜ਼ੋਰੀ ਉਹਨੂੰ ਫੜਨਾ। ਉਹ ਕਿਹੜੀ ਹੈ? ਹੁੰਦੀ ਇੱਕੋ ਹੀ ਹੈ, ਮੈਂ ਫਿਰ ਰਿਪੀਟ ਕਰ ਰਿਹਾ। ਉਹ ਸਾਨੂੰ ਪਿਛਲੇ ਜਨਮਾਂ ਤੋਂ ਮਿਲੀ ਹੈ, ਬਾਏ ਬਰਥ ਵੀ ਮਿਲੀ ਹੈ। ਸੱਚ ਗੱਲ ਇਹ ਹੈ
ਜਿਹੜੀ ਸਾਡੇ ਪਿਛਲੇ ਅਨੇਕ ਜਨਮਾਂ ਤੋਂ ਕੋਈ ਖਾਮੀ ਕਮਜ਼ੋਰੀ ਹੁੰਦੀ ਹੈ, ਉਸ ਕਿਸਮ ਦੇ ਹੀ ਸਾਨੂੰ ਅੱਗੋਂ ਮਾਂ-ਬਾਪ ਵੀ ਮਿਲਦੇ ਨੇ, ਉਸ ਕਿਸਮ ਦੇ ਮਿਲਦੇ ਨੇ, ਐਵੇਂ ਜੋੜ ਨਹੀਂ ਬਣਦਾ। ਤੇ ਅੱਗੋਂ ਫਿਰ ਸਾਨੂੰ ਸੁਸਾਇਟੀ ਵੀ ਉਸ ਕਿਸਮ ਦੀ ਮਿਲਦੀ, ਕਿਉਂਕਿ ਪਸੰਦ ਵੀ ਅਸੀਂ ਉਸ ਕਿਸਮ ਦੀ ਕਰਦੇ ਹਾਂ। ਤੇ ਫਿਰ ਸਾਡਾ ਉਹ ਸੁਭਾਅ ਇੱਕ ਸੁਸਾਇਟੀ ਦੇ ਵਿੱਚ ਉਦਾਂ ਦਾ ਬਣਿਆ ਰਹਿੰਦਾ ਹੈ, ਚਾਹੇ ਉਹ ਨੈਗੇਟਿਵ ਹੈ ਚਾਹੇ ਪੋਜ਼ਿਟਿਵ ਹੈ। ਉਸੇ ਦਾ ਪਤਾ ਕਰਨਾ ਕਿ ਉਹ ਮੇਨ ਕਮਜ਼ੋਰੀ ਹੈ ਜਿਹੜੀ, ਉਹ ਕਿਵੇਂ ਠੀਕ ਹੋਵੇ। ਕਮਜ਼ੋਰੀ ਦਾ ਪਤਾ ਚੱਲੇ ਪਹਿਲੇ ਵੀ ਇਹ ਕਮਜ਼ੋਰੀ ਹੈ, ਗਿਆਨ ਹੋ ਜਾਏ ਆਪਣੀ ਕਮਜ਼ੋਰੀ ਦਾ ਤੇ ਫਿਰ ਉਹਦਾ ਇਲਾਜ ਹੋ ਜਾਂਦਾ। ਗੁਰੂ ਪਾਤਸ਼ਾਹ ਕਹਿੰਦੇ ਨੇ, ਵਾਟ ਨ ਕਰੀ ਮਾਮਲਾ ਜਾਣੇ ਮਹਿਮਾਨ। ਕਹਿੰਦੇ ਜਿਹੜਾ ਆਪਣੇ ਆਪ ਦੀ ਪਰਖ ਕਰ ਰਿਹਾ ਹੈ, ਆਪਣੇ ਆਪ ਦੀ ਜਾਂਚ ਪੜਤਾਲ ਕਰ ਰਿਹਾ ਹੈ, ਆਪਣਾ ਕੋਈ ਰੋਗ ਛੁਪਿਆ ਹੋਇਆ ਲੱਭ ਰਿਹਾ ਹੈ, ਆਪਣੇ ਐਰਰਸ ਲੱਭ ਰਿਹਾ ਹੈ ਤੇ ਉਹਨਾਂ ਦਾ ਇਲਾਜ ਕਰ ਰਿਹਾ ਹੈ, ਉਹ ਸੁਜਾਨ ਵੈਦ ਹੈ। ਤੇ ਉਹਦੀ ਇੱਕ ਨਿਸ਼ਾਨੀ ਉਹ ਇਹ ਕਿ ਉਹ ਰਾਹੀ ਹੈ, ਮੁਸਾਫਰ ਹੈ, ਕਿਉਂਕਿ ਅਸੀਂ ਸਾਰੇ ਮੁਸਾਫਰ ਹਾਂ, ਸਫ਼ਰ ਕਰ ਰਹੇ ਹਾਂ। ਤੇ ਜਿਹੜਾ ਰਾਹੀ ਹੋਵੇ, ਮੁਸਾਫਰ ਹੋਵੇ, ਉਹ ਕਦੀ ਝਗੜੇ ਨਹੀਂ ਕਰਦਾ, ਝਗੜਾ ਛੇੜ ਕੇ ਨਹੀਂ ਬਹਿੰਦਾ। ਵਾਟ ਨਾ ਕਰੀ ਮਾਮਲਾ, ਮਾਮਲਾ ਝਗੜਾ ਬਖੜਾ ਥੋੜੀ ਕਰੇਗਾ। ਉਹ ਕਿਉਂ ਅੜੇਗਾ? ਕਿਉਂਕਿ ਉੱਪਰ ਸ਼ਬਦ 'ਚ ਦੱਸਿਆ ਸੀ, ਗੁਰਮੁਖਾਂ ਨਾਲ ਮਨਮੁਖ ਅੜਦਾ ਹੈ। ਕਿਉਂ ਅੜਦਾ? ਉਹਨੂੰ ਇਹ ਪਤਾ ਨਹੀਂ ਮੈਂ ਰਾਹੀ ਹਾਂ, ਮੈਂ ਮੁਸਾਫਰ ਹਾਂ, ਕਿਉਂ ਅੜਨਾ ਹੈ? ਉਹ ਅੜੇਗਾ ਨਹੀਂ, ਉਹਨੇ ਆਪਣਾ ਰਸਤਾ ਲੱਭਣਾ ਹੈ। ਜਿਵੇਂ ਨਦੀ ਕਿਤੇ ਅੜਦੀ ਨਹੀਂ ਹੈ, ਨਦੀ ਦੇ ਸਾਹਮਣੇ ਕੋਈ ਪੱਥਰ ਆ ਜਾਏ, ਚਟਾਨ ਆ ਜਾਏ, ਪਹਾੜ ਆ ਜਾਏ, ਉਹ ਆਪਣਾ ਰਸਤਾ ਇਧਰ ਉਧਰ ਕਰਕੇ ਲੱਭ ਲੈਂਦੀ ਹੈ, ਅੜਦੀ ਨਹੀਂ, ਉਹਨੇ ਅੱਗੇ ਜਾਣਾ। ਸੁਰਤ ਨੂੰ ਰੁਕਣ ਨਹੀਂ ਦੇਣਾ ਚਾਹੀਦਾ। ਸੁਰਤ ਜਿਹੜੀ ਹੈ ਉਹ ਆਪਣੇ ਘਰ ਪਹੁੰਚੇ। ਸੁਰਤ ਮੀਨਸ ਧਿਆਨ, ਧਿਆਨ ਯਾਤਰਾ ਕਰੇ, ਪਰ ਕਿੱਥੇ ਕਿੱਥੇ ਅੜਿੱਕਾ ਹੈ। ਕਈ ਬੰਦੇ ਘੁੰਮਣ ਘੇਰੀ 'ਚ ਫਸੇ ਹੁੰਦੇ ਨੇ। ਘੁੰਮਣ ਘੇਰੀ ਪਤਾ ਕੀ ਹੁੰਦੀ ਹੈ? ਜਿਹੜੀ ਦਰਿਆ 'ਚ ਆਪ ਜੀ ਨੇ ਦੇਖੀ ਹੋਣੀ, ਇੱਕੋ ਜਗ੍ਹਾ ਪਾਣੀ ਘੁੰਮਦਾ ਹੈ। ਅਗਰ ਉਸ ਜਗ੍ਹਾ ਕੋਈ ਚੀਜ਼ ਫਸ ਜਾਏ ਨਾ, ਉਹ ਅੱਗੇ ਨਹੀਂ ਜਾਏਗੀ, ਉੱਥੇ ਘੁੰਮਦੀ ਰਹੇਗੀ। ਉਹਨੂੰ ਕਹਿੰਦੇ ਨੇ ਘੁੰਮਣ ਘੇਰੀ। ਸਾਡੇ ਜੀਵਨ 'ਚ ਵੀ ਕੁਝ ਘੁੰਮਣ ਘੇਰੀਆਂ ਨੇ। ਥੋੜੀ ਅਵਸਥਾ ਬਣਦੀ ਹੈ, ਰਸ ਬਣਦਾ, ਬੜਾ ਆਨੰਦ ਆਉਂਦਾ, ਪਰ ਫਿਰ ਅਸੀਂ ਦੇਖਦੇ ਹਾਂ ਕੁਝ ਦਿਨਾਂ ਬਾਅਦ ਰਸ ਉੱਡ ਫੁੱਟ ਜਾਂਦਾ। ਕਿੱਥੇ ਚਲਾ ਜਾਂਦਾ ਰਸ? ਅਲੋਪ ਹੋ ਗਿਆ ਰਸ। ਫਿਰ ਉਸੇ ਰਸ ਨੂੰ ਲੱਭਦੇ ਰਹਿੰਦੇ ਹਾਂ, ਲੱਭਦਾ ਹੀ ਨਹੀਂ ਹੈ। ਫਿਰ ਕੋਈ 10 ਦਿਨ 20 ਦਿਨ ਗੁਜ਼ਰਦੇ ਨੇ, ਫਿਰ ਸਾਡੀ ਅਵਸਥਾ ਆਸਤਾ ਉਸ ਰਸ ਤੱਕ ਪਹੁੰਚਦੀ ਹੈ। ਜੈਸੇ ਉਹ ਰਸ ਪ੍ਰਾਪਤ ਹੁੰਦਾ ਹੈ ਤੇ ਫਿਰ ਅਸੀਂ ਥੱਲੇ ਗਿਰਦੇ। ਉਹ ਰਸ, ਉਹ ਸਰੂਰ ਜਿਹੜਾ ਸਾਡੇ ਜੀਵਨ 'ਚ ਉਤਰਦਾ ਹੈ, ਕਈ ਵਾਰ ਸਾਡੀਆਂ ਅੱਖਾਂ 'ਚੋਂ ਮਸਤੀ ਹੁੰਦੀ ਹੈ, ਉਹ ਸਰੂਰ ਹੁੰਦੇ, ਸਾਨੂੰ ਨੀਂਦ 'ਚੋਂ ਪ੍ਰਾਪਤ ਹੁੰਦੇ, ਪਰ ਫਿਰ ਅਸੀਂ ਗਿਰਦੇ ਹਾਂ ਅਨੇਕ ਵਾਰ। ਪਰ ਉਹ ਰਸ ਫਿਰ ਮਜਬੂਰ ਕਰਦਾ ਹੈ ਲੱਭਾਂ, ਉਹ ਸ਼ਾਂਤੀ, ਉਹ ਟਿਕਾਓ, ਉਹ ਸਰੂਰ ਕਿੱਥੇ ਚਲਾ ਗਿਆ? ਲੱਭਦੇ ਹਾਂ ਨਹੀਂ ਲੱਭਦਾ ਹੈ। ਫਿਰ ਕਦੀ ਉਸ ਦੀ ਝਲਕ ਲੱਭਦੀ ਹੈ। ਇਸ ਤਰ੍ਹਾਂ ਕਈ ਵਾਰ ਹੁੰਦਾ ਹੈ, ਕਿਉਂਕਿ ਅੱਜ ਦੀ ਅਵਸਥਾ ਦੇ ਵਿੱਚ ਇਹੀ ਗੱਲ ਚੱਲ ਰਹੀ ਹੈ। ਜੋ ਸਤਸੰਗੀਆਂ ਦੀ ਅਵਸਥਾ ਚੱਲ ਰਹੀ ਹੈ, ਉਸ ਦੇ ਮੁਤਾਬਕ ਅੱਜ ਬਾਣੀ ਚੱਲ ਰਹੀ ਹੈ। ਉਹ ਵਿਚਾਰੇ ਘੁੰਮਣ ਘੇਰੀ 'ਚ ਫਸੇ ਹੋਏ ਨੇ, ਜਦ ਕਿ ਜਿਸ ਰਸ ਤੋਂ ਉਹ ਵਾਪਸ ਮੁੜਦੇ ਨੇ, ਉਸ ਤੋਂ ਅੱਗੇ ਜਾਣਾ ਹੈ, ਹੋਰ ਅੱਗੇ ਰਸ ਹੈ। ਕਿਉਂਕਿ ਜੈਸੇ ਯਾਤਰਾ ਅੱਗੇ ਜਾਂਦੀ ਹੈ, ਸੁਰਤ ਦੀ ਯਾਤਰਾ ਜੈਸੇ ਅੱਗੇ ਵਧੂ ਤਾਂ ਰਸ ਵੀ ਵਧੇਗਾ। ਜਿੰਨਾ ਰਸ ਮਿਲਿਆ ਸਿਰਫ ਉਤਨਾ ਹੀ ਕਾਫੀ ਨਹੀਂ। ਇਹ ਤੇ ਤੁਰਦੇ ਜਾਓ ਤੇ ਰਸ ਵਧਾਉਂਦੇ ਰਹੋ, ਰਸ ਲੈਂਦੇ ਰਹੋ। ਸੁਰਤ ਦਾ ਅੜਿੱਕਾ ਕਿੱਥੇ ਪੈਂਦਾ? ਕਹਿੰਦੇ ਨੇ ਕਿ ਜਿਹੜਾ ਰਾਹੀ ਹੈ, ਵਾਟ ਤੇ ਚੱਲ ਰਿਹਾ, ਤੇ ਵਾਟ ਤੇ ਚੱਲਣ ਵਾਲਾ ਬੰਦਾ ਉਹ ਮਾਮਲੇ ਨਹੀਂ ਖੜੇ ਕਰੇਗਾ, ਕਿਉਂਕਿ ਉਹਨੇ ਆਪਣੇ ਆਪ ਨੂੰ ਮਹਿਮਾਨ ਸਮਝੇ ਕਿ ਮੈਂ ਇਸ ਦੁਨੀਆ 'ਚ ਮਹਿਮਾਨ ਹਾਂ।
ਮਹਿਮਾਨ ਕਿਸੇ ਨਾਲ ਝਗੜਦਾ ਭਲਾ? ਅਸੀਂ ਕਿਸੇ ਦੇ ਘਰ ਮਹਿਮਾਨ ਬਣ ਕੇ ਗਏ ਹੋਈਏ, ਉੱਥੇ ਕਿਤੇ ਝਗੜਾ ਕਰਾਂਗੇ? ਨਹੀਂ ਕਰਾਂਗੇ। ਮਹਿਮਾਨ ਕੀ ਝਗੜਾ ਕਰਨਾ? ਕੁਝ ਸਮਾਂ ਤੇ ਹੈਗਾ, ਅਸੀਂ ਕਿਹੜਾ ਪਰਮਾਨੈਂਟ, ਝਗੜਾ ਨਹੀਂ ਹੋਏਗਾ। ਵਾਟ ਨਾ ਕਰੀ ਮਾਮਲਾ ਜਾਣੇ ਮਹਿਮਾਨ। ਤੋ ਆਪਣੇ ਆਪ ਨੂੰ ਮਹਿਮਾਨ ਜਿਹਨੇ ਮੰਨਿਆ ਉਹਦੀ ਗੱਲ ਹੈ, ਉਹੀ ਜਾਂਚ ਪੜਤਾਲ ਕਰੇਗਾ ਸਵੈਮ ਦੀ, ਉਹ ਝਗੜੇ ਬਖੇੜੇ ਨਹੀਂ ਖੜੇ ਕਰੇਗਾ। ਤੇ ਨਾਲੇ ਇੱਕ ਕੰਮ ਹੋਰ ਕਰੇਗਾ, ਮੂਲ ਜਾਣ ਗੱਲਾਂ ਕਰੇ, ਹਾਨ ਲਾਏ ਹਾਨ। ਉਹ ਆਪਣੇ ਮੂਲ ਨੂੰ ਜਾਣ ਕੇ, ਜਿਹੜਾ ਉਹਦਾ ਮੂਲ ਹੈ ਰੱਬ ਮੁੱਢ, ਜਿੱਥੋਂ ਉਹ ਆਇਆ ਹੈ ਤੇ ਜਿੱਥੇ ਉਹਨੇ ਦੁਆਰਾ ਜਾਣਾ, ਉਹ ਉਹਦਾ ਮੂਲ ਹੈ। ਵੈਸੇ ਮੂਲ ਤੋਂ ਟੁੱਟਿਆ ਰਹਿੰਦਾ ਬੰਦਾ, ਆਪਣੀਆਂ ਜੜ੍ਹਾਂ ਦਾ ਪਤਾ ਹੀ ਨਹੀਂ ਕਿੱਥੇ ਹੈਗੀਆਂ, ਆਪਣਾ ਮੂਲ ਨਹੀਂ ਪਤਾ। ਕਹਿੰਦੇ ਉਹ ਆਪਣੇ ਮੂਲ ਨਾਲੋਂ ਨਹੀਂ ਟੁੱਟਦਾ, ਆਪਣੇ ਮੂਲ ਨੂੰ ਜਾਣ ਕੇ ਜੋ ਕੁਝ ਵੀ ਗੱਲਬਾਤ ਕਰਦੇ, ਉਸ ਦੀ ਗੱਲਬਾਤ ਆਪਣੇ ਮੂਲ ਨੂੰ ਜਾਣ ਕੇ ਹੁੰਦੀ, ਉਸ ਨੂੰ ਭੁਲਾ ਕੇ ਕੋਈ ਗੱਲਬਾਤ ਨਹੀਂ ਕਰਦਾ। ਕਹਿੰਦੇ ਜੀਵਦਾ ਕਿਸ ਤਰ੍ਹਾਂ? ਕਹਿੰਦੇ ਜੀਵਦੇ ਹਾਨ ਲਾਏ ਹਾਨ। ਜਿਹੜੇ ਉਹਦੇ ਆਪਣੇ ਹਾਣੀ ਨੇ, ਹਾਣੀ ਕੌਣ ਨੇ? ਸਤਸੰਗੀ। ਆਪਣੀ ਆਰਜੂ ਉਮਰ ਉਹਨਾਂ ਦੇ ਵਿੱਚ ਬਿਤਾਉਂਦਾ ਹੈ, ਸਵਾਸ ਜਿਹੜੇ ਨੇ ਉਹਨਾਂ ਵਿੱਚ ਬਿਤਾਉਂਦਾ। ਉਹਨੂੰ ਇਹ ਸਮਝ ਆ ਗਈ ਹੈ ਕਿ ਜੀਵਨ ਦੀ ਜਾਂਚ ਪੜਤਾਲ ਕਰਨੀ ਹੈ, ਜੀਵਨ ਦੀਆਂ ਖਾਮੀਆਂ ਕਮਜ਼ੋਰੀਆਂ ਕੱਢਣੀਆਂ ਨੇ, ਕਿਉਂਕਿ ਰੱਬ ਦੇ ਵਿੱਚ ਕੋਈ ਕਮਜ਼ੋਰੀ ਖਾਮੀ ਨਹੀਂ ਹੈ, ਤੇ ਰੱਬ 'ਚ ਉਹੀ ਸਮਾ ਸਕੇਗਾ ਜਿਸ ਦੇ ਵਿੱਚ ਕੋਈ ਖਾਮੀ ਨਹੀਂ ਹੋਏਗੀ। इथों तक है भी एवड ऊंचा होवे कोई तिस ऊंचे को जाने सोए। इतना ऊंचा कोई होएगा ते उस उच्चे च वो समा सकेगा जिन्ना ऊंचा रब है। इन्ना वड्डा ऊंचा होना पेगा। हर जन ऐसा चाहिए जैसा हर ही होए। हरि दा जन हरि वर्गा चाहिए, गुरु दा सिख गुरु वर्गा चाहिए, बिल्कुल चाहिए। इस तू थले ते गल ही नहीं। तो चलो जी अगर यही अपने उत्ते एक सवाल करिए भी असी गुरु साहब दे सिख हाँ, कुछ अंश मात्र साडे अंदर गुरु दी सोच है, क्योंकि गुरु दा सिख गुरु वर्गा चाहिए, हर जन ऐसा चाहिए कि सचमुच कुछ गुरु ग्रंथ साहब दी सोच साडे कोल है, कोई विचारधारा साडे कोल है। उत्थे कह रहे भी पूरा चाहिए, हरिजन हरि वर्गा पूरा चाहिए, कमी नहीं चाहिए। तो पूरा होने वास्ते तो फिर कमियां कमजोरियां जड़ियां ने लभनियां पैंदियां ने, फिर ठीक करनियां पैंदियां। पहले लभनियां ने फिर ठीक करनी। कहंदे भी मूल नूं जान के, अपना मूल रब है, उहनूं जान के वो गलबात करदा है ते अपनी आरजू उम्र जिहड़ी है अपने हानियां च सत संगियां दे विच गुजारदा है, जिथे उस दे जीवन दी जांच पड़ताल हुंदी रवे, उहनूं अपनियां कमजोरियां दा पता चलदा रवे। इसलिए बाणी च अपने आप दा दर्शन करदा है, अपने आप नूं वेखदा है। बाणी साडे गुण ते साडे औगण दोवें दसदी है। गुरबाणी गुणा ते औगणा दी गल ही सानू दस रही है ना, साडी कमजोरी किथे है, साडी कमजोरी बयान करदी है, साडे गुण किथे ने वो भी दसदी है। गुण वेख के चाओ पैदा हुंदे, उमाह पैदा हुंदे, उछाल आंदे, प्रेम जागदे, होर प्रेम जागदे गुण वेख के। गुरबाणी गुण दिखा के साडे अंदर उमाह ते चाह पैदा करदी। ते गुरबाणी साडे अंदर साडे औगण सानू दिखा के औगणा दे सुधार लई एक रोस प्रगट हुंदा है, औगणा नूं ठीक करन दा एक जज्बा पैदा हुंदा है, एक बल पैदा हुंदा है, और उन्हां नूं ठीक करन दे विच फिर बंदा लग जांदा है। नाले चाओ पैदा हुंदा, नाले रोस पैदा हुंदा है, बल पैदा हुंदा है भी इन्हां औगणा नूं मैं कढना है।
इन्हां कमजोरियां नूं मैं कढणे, ये ज्ञान ते नाम इकट्ठा ही चलना चाहिए। नाम जपदे चलीए तो ज्ञान लैंदे जाइए। नाम जपदे चलांगे तो ज्ञान भी वधदा जाएगा, तो ज्ञान लैंदे चलांगे तो नाम भी वधदा चला जाएगा। अगर खाली नाम है, ज्ञान नहीं है, तो नाम की भी पूरी सूझ ना होएगी, नाम भी अगे ना वध सके। इसलिए 1400 अंग ज्ञान है, 1430 अंग। ज्ञान लेंदे चलो तो वधदे चलोगे। ज्ञान अपनियां कमजोरियां दा ही है। अगे तो समझाते हैं, लब न चलई सच रहे सो विष्ट परवान। जदों कोई सच दे नाल जीना चाहेगा, सच साडे नाल रवे, ये अगर मंग है, जां मैं सच दे नाल रहां, तो शर्त यह है कि उत्थे लब नहीं चलेगा। लब दा अर्थ लोभ ही हुंदा है। फर्क सिर्फ यह है, लब सोच नूं कहंदे ने, लोभ एक्शन नूं कहंदे ने। लब अंदर हुंदा है, लोभ बाहर हुंदा है। जे सच साडे नाल रहे, फिर लब खत्म करना पेगा। लोभ वाली सोच नूं अपने अंदरों रेज करना पेगा। लब नूं किवें खत्म करना? लब का मतलब है कि जो जरूरत है वो चाहिए, जो बिना जरूरत तो है वो लोभ है। वो अननैसेसरी है, वो लोभ बन जाता है। जरूरत वाला बंदा रज जाता है, लोभी बंदा नहीं रज सकता। पे जरूरत पूरी होगी, पेट भर गया, जरूरत हसी पूरी होगी। पर जे लोभ है तो फिर मनुख का मन नहीं भर सकता। मन संतोख नाल भरदा, लोभ नाल नहीं भरदा। बिना संतोख नहीं को रज, कोई भी नहीं रज सकता। संतोख रखना पैंदा है। संतोख अपनी किस्मत नाल संजोता है, अपनी कर्म दे नाल संजोता है, क्योंकि जीव कर्म दे विच बधा है। जैसी कलम उठी है मस्तक, तैसी जीड़े पास। उस तू इधर उधर होना ये लोभ है। जो किस्मत विच लिखिया है वो मिल रहा है, उहदे नाल समझौता करना ये संतोख है। उस दे नाल सहमति ना होनी, गिला शिकवा होना, ये लोभ की निशानी। कि मेरी जो किस्मत विच लिखिया है वो मैनू प्राप्त हो रहा है, वो हुंदा ही रहेगा, उन्होंने कोई मिटा नहीं सकता। बस वो नाल सहमत होने ये मुश्किल होंदे है। मन फिर अपनी चलाकी चतराई कर दे, ये फिर आ गया लोभ आ गया। जद के करन दी लोड़ है कि जो किस्मत विच लिखे है उहदे च वाधा भी किया जा सकता। जो किस्मत च लिखे है उन्होंने वधाया जा सकता है, पर वो किवें वधाया जाए ये समझ नहीं है। हुण ये समझ ना होने कारण फिर की हुंदा है, लोभ पैदा होता। लोभ दे विच चतराई पैदा होएगी। चतराई दे विच फिर बंदा बेईमानी भी करेगा, दूसरे दी प्रालब्ध भी लेगा, दूसरे दा धन भी लेगा। जैसे दूसरे दा धन लेगा तो अपनी किस्मत विचों कुछ होर वड्डी चीज ट्रांसफर हो जाएगी, उधर चली जाएगी। जिहदा धन लिया, धन साडे कोल आ गया, पर साडी कोई वड्डी चीज उहदे कोल चली गई, सानू पता ना। ये अंदर खाते अपने आप ही काम होंदा ही रहिंदा है। इत्थे गुरु साहब ने जिहड़ी गल कही है, बड़ी कमाल दी गल कही है। ये सारियां दा ही रोग लगदा है, वड्डा रोग। लब न चली सच रहे सो विष्ट परवान।
कहते जे सच नाल रहे फिर लभ वाली बिरती, लोभ वाली बिरती नहीं चलेगी। ਉਹਨੂੰ ਅੰਦਰੋਂ ਕੱਢਣਾ ਤੇ ਫਿਰ ਧਿਆਨ ਰਹੇ ਸੰਤੋਖ ਅਦੋਂ ਪੈਦਾ ਹੋਏਗਾ ਜਦੋਂ ਮਨੁੱਖ ਨੂੰ ਇਹ ਸਮਝ ਆ ਜਾਏ ਕਿ ਮੇਰੀ ਕਿਸਮਤ ਦਾ ਭਾਂਡਾ 10 ਕਿਲੋ ਦਾ ਹੈ ਤੇ 10 ਕਿਲੋ ਉਹਦੇ 'ਚ ਧਨ ਆ ਰਿਹਾ ਹੈ, 10 ਕਿਲੋ ਦੀ ਬਰਕਤ ਆ ਰਹੀ ਹੈ, ਭਾਂਡਾ ਹੀ 10 ਕਿਲੋ ਦਾ। ਪਰ ਉਹ ਕਹਿੰਦਾ ਨਿਰਾਸ਼ ਨਹੀਂ ਹੋਣਾ, ਉਹਨੂੰ ਸਮਝ ਆ ਗਈ ਹੈ ਕਿ ਇਹਨੂੰ ਭਾਂਡੇ ਨੂੰ ਵੱਡਾ ਕਿਵੇਂ ਕਰਨਾ। ਉਹ ਚਲਾਕੀਆਂ ਚਤਰਾਈਆਂ ਕਰਨ ਦੀ ਬਜਾਏ ਭਾਂਡੇ ਨੂੰ ਵੱਡਾ ਕਰਨ ਲੱਗ ਜਾਂਦਾ ਤੇ ਉਹਦੀ ਸ਼ਕਤੀ ਜਿਹੜੀ ਹੈ ਸਾਰੀ ਉਧਰ ਲੱਗ ਜਾਂਦੀ। ਇਸ ਵਾਸਤੇ ਉਹ ਫਿਰ ਸੰਤੋਖੀ ਹੋ ਜਾਂਦਾ। ਸੰਤੋਖੀ ਆਦਮੀ ਜਿਹੜਾ ਸਬਰ ਕਰਕੇ ਚੱਲਦਾ ਰਹਿੰਦਾ ਹੈ ਉਹ ਬਹੁਤ ਅੱਗੇ ਵੱਧ ਜਾਂਦੇ, ਉਸ ਦੀ ਕਿਸਮਤ ਵਿੱਚ ਵਾਧਾ ਹੋ ਜਾਂਦਾ। ਕਿਉਂਕਿ ਕਿਸਮਤ ਦਾ ਪ੍ਰਯੋਗ ਉਦੋਂ ਹੁੰਦਾ ਹੈ ਜਦੋਂ ਅਸੀਂ ਬਹੁਤ ਕੁਝ ਇਸਤੇਮਾਲ ਕਰਦੇ ਹਾਂ, ਜ਼ਿਆਦਾ ਸੁੱਖ ਇਸਤੇਮਾਲ ਕਰਦੇ ਹਾਂ ਤੇ ਲਾਜ਼ਮੀ ਹੈ ਕਿ ਕਿਸਮਤ ਦਾ ਪ੍ਰਯੋਗ ਹੋਏਗਾ। ਤੇ ਸੰਤੋਖੀ ਆਦਮੀ ਨੇ ਸੁੱਖਾਂ ਦਾ ਪ੍ਰਯੋਗ ਘੱਟ ਕਰ ਦਿੱਤਾ ਤੇ ਉਹ ਕਿੱਥੇ ਜਾਣਗੇ ਸੁੱਖ। ਉਹ ਸੁੱਖ ਸ਼ੇਅਰ ਕਰਨੇ ਸ਼ੁਰੂ ਕਰ ਦਿੱਤੇ ਨੇ, ਉਹਦੀ ਗ੍ਰੇਸ ਇਕੱਠੀ ਹੋਣੀ ਸ਼ੁਰੂ ਹੋ ਗਈ, ਉਹਦੀ ਬਲੈਸਿੰਗ ਇਕੱਠੀ ਸ਼ੁਰੂ ਹੋਣੀ ਹੈ। ਉਹ ਇੰਨੀ ਹੋ ਜਾਂਦੀ ਹੈ ਵੱਧ ਥੀ ਵੇ ਦਰਿਆਓ, ਉਹ ਵੱਧ ਕੇ ਦਰਿਆ ਹੋ ਜਾਂਦਾ। ਜਿਹੜੇ ਸਬਰ ਰੱਖਦੇ ਨੇ ਉਹ ਦਰਿਆ ਵਾਂਗੂ ਵਧਣ ਲੱਗ ਪੈਂਦੇ ਨੇ। ਇੰਨੀ ਵੱਡੀ ਗੱਲ ਦੱਸੀ ਗਈ। ਸੰਤੋਖ ਦੇ 3 ਰੂਪ ਆਪਾਂ ਅੱਗੇ ਵੀ ਸਾਂਝੇ ਕੀਤੇ ਸੀ। ਇੱਕ ਸੰਤੋਖ ਹੁੰਦੇ ਆਪਣੀਆਂ ਖਾਹਿਸ਼ਾਂ ਨੂੰ ਮਾਰਨਾ ਜ਼ਬਰਦਸਤੀ, ਇੱਕ ਤੇ ਸੰਤੋਖ ਹੁੰਦੇ। ਦੂਸਰਾ ਸੰਤੋਖ ਹੁੰਦੇ ਜੋ ਵੀ ਮਿਲੇ ਉਹਦੇ 'ਚ ਸਹਿਮਤ, ਉਹਦੇ 'ਚ ਕੋਈ ਗਿਲਾ ਸ਼ਿਕਵਾ ਨਹੀਂ, ਪਰਵਾਹ ਨਹੀਂ। ਤੇ ਤੀਸਰਾ ਜੋ ਵੀ ਮਿਲੇ ਉਹਦੇ 'ਚੋਂ ਵੀ ਵੰਡਣਾ, ਇਹ ਫਿਰ ਹੋਰ ਵੱਡਾ ਸੰਤੋਖ ਹੈ। ਸੰਤੋਖ ਤੇ 3 ਪ੍ਰਕਾਰ ਦਾ ਅਸੀਂ ਰੱਖ ਸਕਦੇ ਹਾਂ। ਜਿੰਨਾ ਅਸੀਂ ਕਰਦੇ ਚਲੇ ਚੱਲਾਂਗੇ, ਵੱਧਦੇ ਚਲੇ ਚੱਲਾਂਗੇ। ਲੱਭ ਨੂੰ ਵਿੱਚੋਂ ਹਟਾਣਾ ਹੈ। ਲੱਭ ਦਾ ਮਤਲਬ ਕਿ ਮੈਨੂੰ ਹੋਰ ਸੁੱਖ ਚਾਹੀਦੇ ਨੇ, ਔਰ ਜੈਸੇ ਉਹ ਸੁੱਖ ਲਏਗਾ ਤੇ ਫਿਰ ਨਾਮ ਦੀ ਕਮਾਈ 'ਚ ਵੀ ਘਾਟਾ ਪਏਗਾ, ਇਸਤੇਮਾਲ ਹੋਏਗੀ। ਫਿਲਹਾਲ ਤੇ ਜੋੜਨਾ ਹੈ। ਫਿਰ ਜਿਹੜੀ ਚੀਜ਼ ਉਹ ਇਸਤੇਮਾਲ ਕਰਦਾ ਹੈ ਉਹ ਹੈ ਤਾਂ ਟੈਂਪਰੇਰੀ ਨਾ, ਅਨਸੈਸਰੀ। ਉਹਦੇ ਉੱਤੇ ਉਹ ਚੀਜ਼ ਲਗਾ ਲੈਂਦੇ ਜਿਹੜੀ ਕਿ ਅਦਿਅੰਤ ਕੀਮਤੀ ਹੈ। ਇਹਨੂੰ ਲੋਭ ਕਿਹਾ ਗਿਆ। ਕਹਿੰਦੇ ਜੋ ਲੱਭ ਨੂੰ ਛੱਡ ਕੇ ਚੱਲਦਾ ਉਹ ਵਿਚੋਲਾ ਬਣ ਜਾਂਦਾ, ਮੰਨਿਆ ਪਰਮੰਨਿਆ ਵਿਚੋਲਾ ਬਣ ਜਾਂਦਾ। ਲੱਭ ਨਾ ਚੱਲੀ ਸੱਚ ਰਹੈ ਸੋ ਵਿਸ਼ਟ ਪਰਵਾਨ, ਸਰ ਸੰਦੇ ਆਗਾਸ਼ ਕੋ ਕਿਉਂ ਪਹੁੰਚੇ ਬਾਣ। ਕਹਿੰਦੇ ਕੋਈ ਤੀਰ ਚਲਾਵੇ ਆਕਾਸ਼ ਵਿੱਚ ਤੇ ਆਕਾਸ਼ ਵਿੱਚ ਕੋਈ ਜਗ੍ਹਾ ਥੋੜੀ ਹੈਗੀ ਹੈ ਤੀਰ ਚਲਾਉਣ ਦੀ। ਆਕਾਸ਼ ਵਿੱਚ ਤੀਰ ਛੱਡੇਗਾ ਤੇ ਲੱਗੇਗਾ ਕਿਤੇ, ਕਿਹਨੂੰ ਲੱਗੇਗਾ। ਤੀਰ ਛੱਡਿਆ ਜਾਂਦਾ ਹੈ ਤੇ ਪਹਿਲੇ ਦੇਖਿਆ ਜਾਂਦਾ ਵੀ ਜਿਹੜੀ ਜਗ੍ਹਾ ਮੈਂ ਤੀਰ ਛੱਡਣ ਲੱਗਾ ਉਹਦੇ ਵਿੱਚ ਡਿਸਟੈਂਸ ਕਿਤਨਾ ਹੈ, ਦੂਰੀ ਕਿਤਨੀ ਹੈ। ਦੂਰੀ ਵੇਖ ਕੇ ਤੀਰ ਛੱਡਿਆ ਜਾਂਦਾ ਵੀ ਜਿੰਨੀ ਦੂਰੀ ਤੇ ਮੈਂ ਤੀਰ ਛੱਡ ਰਿਹਾ ਉੱਥੇ ਲੱਗੇਗਾ ਵੀ ਕਿ ਨਹੀਂ ਲੱਗੇਗਾ। ਤੇ ਜੇ ਕੋਈ ਆਕਾਸ਼ ਵਿੱਚ ਤੀਰ ਛੱਡ ਦੇਵੇ ਤੇ ਆਕਾਸ਼ ਵਿੱਚ ਤੇ ਕੋਈ ਜਗ੍ਹਾ ਹੀ ਨਹੀਂ ਹੈ। ਕਹਿੰਦੇ ਉਹ ਬਾਣ ਉਹਦਾ ਕਿਤੇ ਵੀ ਨਹੀਂ ਪਹੁੰਚੇਗਾ। ਕੱਲ ਦੇ ਸ਼ਬਦ 'ਚ ਦੱਸਿਆ ਸੀ ਕਿ ਅਠੂਗਿਆਂ ਦਾ ਮਾਂਦਰੀ ਹੋਵੇ, ਅਠੂਗਿਆਂ ਦਾ, ਬਿਛੂਆਂ ਦਾ, ਤੇ ਉਹ ਸੱਪਾਂ ਉੱਤੇ ਅਗਰ ਉਹੀ ਮੰਤਰ ਚਲਾਉਂਦਾ ਹੈ ਜਿਹੜਾ ਕਿ ਬਿਛੂਆਂ ਦਾ ਮੰਤਰ ਹੈ, ਤੇ ਬਿਛੂ 'ਚ ਕਿੰਨਾ ਜ਼ਹਿਰ ਹੈ ਤੇ ਸੱਪ 'ਚ ਕਿੰਨਾ ਜ਼ਹਿਰ ਹੈ, ਫਰਕ ਹੈ ਨਾ। ਬਿਛੂ ਦਾ ਮੰਤਰ ਚਲਾਉਣ ਲੱਗ ਪਿਆ ਉਹ ਸੱਪ ਦੇ ਉੱਤੇ
ਤੇ ਸੱਪ ਨੇ ਫਿਰ ਉਹਨੂੰ ਡੰਗਿਆ ਤੇ ਉਹ ਮਰ ਗਿਆ। ਕੱਲ ਵੀ ਗੁਰੂ ਅੰਗਦ ਸਾਹਿਬ ਦਾ ਸ਼ਬਦ ਸੀ, ਅੱਜ ਵੀ ਗੁਰੂ ਅੰਗਦ ਸਾਹਿਬ ਦਾ ਸ਼ਬਦ ਹੈ, ਉਹਦੇ ਨਾਲ ਹੀ ਹੈ। ਪਹਿਲੇ ਵਾਲੇ ਸ਼ਬਦ ਦੀ ਹੀ ਵਿਆਖਿਆ ਕਰ ਰਹੇ ਨੇ ਵੀ ਐਸਾ ਕਰਨ ਦੀ ਕੀ ਲੋੜ ਹੈ। ਬਿਛੂਆਂ ਦਾ ਮਾਂਦਰੀ ਜਿਹੜਾ ਹੈ ਉਹਨੂੰ ਸੱਪਾਂ ਉੱਤੇ ਉਹ ਮੰਤਰ ਨਹੀਂ ਅਜਮਾਉਣਾ ਚਾਹੀਦਾ। ਭਾਵੇਂ ਕਿ ਬੜਾ ਚਤਰ ਚਲਾਕ ਬੰਦਾ ਹੋਵੇ, ਉਹ ਆਪਣੇ ਆਪ ਨੂੰ ਮਾਂਦਰੀ ਸਮਝਦਾ ਹੋਵੇ ਤੇ ਉਸੇ ਚਤਰ ਚਲਾਕੀ ਦਾ ਪ੍ਰਯੋਗ ਭਗਤਾਂ ਉੱਤੇ ਕਰੇ, ਉਹ ਤਾਂ ਨਾਗ ਹੈਗੇ ਨੇ, ਉਹ ਤਾਂ ਡੰਗਣਗੇ। ਫਿਰ ਉਹਨਾਂ ਕੋਲ ਤਾਂ ਵਿਸ਼ ਵੀ ਹੈਗਾ ਵੇ, ਡੰਕ ਵੀ ਮਿਲੇ, ਫਿਰ ਉਹਨੂੰ ਪ੍ਰੋਬਲਮ ਹੋਏਗੀ। ਕਹਿੰਦੇ ਉੱਥੇ ਉਹ ਫਸੇਗਾ। ਤੇ ਉਹਨੂੰ ਸਮਝਾ ਰਹੇ ਨੇ, ਕਹਿੰਦੇ ਨੇ ਇਹ ਕਰਨ ਦੀ ਬਜਾਏ ਉਹ ਆਪਣੇ ਆਪ ਨੂੰ ਪਰਖ ਲਵੇ, ਦੂਸਰਿਆਂ ਨੂੰ ਪਰਖਣ ਦੀ ਕੀ ਲੋੜ ਹੈ। ਕਿਉਂਕਿ ਜਦੋਂ ਵੀ ਬੰਦਾ ਦੂਸਰਿਆਂ ਦੇ ਨਾਲ ਸਿੰਘ ਫਸਾਉਂਦਾ, ਇੰਜ ਕਹਿ ਲਓ, ਤੇ ਉਹ ਫਸਾਉਂਦਾ ਹੀ ਇਸ ਲਈ ਹੈ ਕਿ ਉਹ ਆਪਣੇ ਆਪ ਨੂੰ ਦੇਖ ਨਹੀਂ ਰਿਹਾ, ਆਪਣੇ ਆਪ ਨੂੰ ਪਰਖ ਨਹੀਂ ਰਿਹਾ। ਕਹਿੰਦੇ ਜਿਹੜਾ ਆਪਣੇ ਆਪ ਨੂੰ ਪਰਖਣ 'ਚ ਲੱਗ ਜੇ ਉਹਨੂੰ ਤੇ ਸਮਾਂ ਹੀ ਨਹੀਂ ਹੈਗਾ। ਉਹਦੀ ਗੱਲ ਇੱਥੇ ਚੱਲ ਰਹੀ ਸੀ। ਆਪਣੇ ਆਪ ਨੂੰ ਪਰਖੇਗਾ, ਪਾਰਖੂ ਬਣ ਜਾਏਗਾ ਤੇ ਆਪਣੀ ਬਿਮਾਰੀ ਨੂੰ ਲੱਭੇਗਾ, ਉਸ ਬਿਮਾਰੀ ਦਾ ਇਲਾਜ ਲੱਭੇਗਾ। ਉਹਨੂੰ ਪਤਾ ਹੈ ਕਿ ਮੈਂ ਰਾਹੀ ਹਾਂ, ਮੁਸਾਫਰ ਹਾਂ, ਮਹਿਮਾਨ ਹਾਂ, ਤੇ ਮੈਨੂੰ ਇੱਥੇ ਝਗੜੇ ਵਖੇੜੇ ਨਹੀਂ ਕਰਨੇ, ਮੈਂ ਤੇ ਅੱਗੇ ਜਾਣਾ। ਉਹ ਆਪਣੇ ਮੂਲ ਦੇ ਨਾਲ ਸੰਬੰਧ ਰੱਖੇਗਾ, ਰੱਬ ਨੂੰ ਜਾਣ ਕੇ ਸ੍ਰਿਸ਼ਟੀ ਵਿੱਚ ਵਿਚਰੇਗਾ, ਆਪਣੇ ਮੂਲ ਦੇ ਨਾਲ ਸੰਬੰਧ ਰੱਖ ਕੇ ਆਪਣੇ ਸਤਸੰਗੀਆਂ ਹਾਣੀਆਂ ਦੇ ਨਾਲ ਵਿਚਰੇਗਾ। ਤੇ ਉਹਦੇ ਵਿੱਚ ਇਹ ਕਿਹਾ ਕਿ ਉਹਨੂੰ ਲੱਭ ਵੀ ਛੱਡਣਾ ਪਏਗਾ, ਕਿਉਂਕਿ ਲੱਭ ਵੀ ਇੱਕ ਬਹੁਤ ਵੱਡੀ ਕਮਜ਼ੋਰੀ ਹੁੰਦੀ ਹੈ, ਜਿਸ ਕਾਰਨ ਮਨੁੱਖ ਜਿਹੜਾ ਇਸ ਤਰ੍ਹਾਂ ਕਰਦਾ। ਤੇ ਲਾਸਟ 2 ਲਾਈਨਾਂ 'ਚ ਕਹਿ ਰਹੇ ਨੇ ਇਹ ਗੱਲ ਤਾਂ ਠੀਕ ਹੈ ਜਿਹੜੀ ਕਰਨ ਯੋਗ ਹੈ ਕਿ ਰੋਗ ਤੇ दारू ਦੋਵੇਂ ਬੁਝੇ, ਆਪਣਾ ਰੋਗ ਵੀ ਲੱਭੇ, ਆਪਣੀ ਉਸ ਰੋਗ ਦੀ ਦਵਾਈ ਵੀ ਲੱਭੇ। ਇਹ ਤਾਂ ਜੀਵਨ ਦੀ ਜੀਣ ਦੀ ਜੁਗਤ ਹੈ। ਪਰ ਜੇ ਇਸ ਗੱਲ ਤੋਂ ਹਟ ਕੇ ਉਹ ਆਕਾਸ਼ ਵਿੱਚ ਤੀਰ ਛੱਡੇ ਤੇ ਉਹ ਪਹੁੰਚੇਗਾ ਕਿਤੇ ਵੀ ਨਹੀਂ। ਭਗਤ ਨੂੰ ਤੀਰ ਮਾਰਨ ਦਾ ਮਤਲਬ ਹੈ ਆਕਾਸ਼ ਵਿੱਚ ਮਾਰਨਾ ਤੀਰ, ਉੱਥੇ ਤੱਕ ਪਹੁੰਚੇਗਾ ਨਹੀਂ, ਉਹ ਬਹੁਤ ਦੂਰ ਹੈ। ਉਹਨੂੰ ਲੱਗ ਰਿਹਾ ਕਿ ਮੇਰਾ ਤੀਰ ਉੱਥੇ ਪਹੁੰਚ ਜਾਏਗਾ, ਉਹ ਪਹੁੰਚੇਗਾ ਨਹੀਂ। ਉਹਨੇ ਤੀਰ ਤੇ ਛੱਡ ਦਿੱਤਾ ਪਰ ਪਹੁੰਚੇਗਾ ਨਹੀਂ। ਕਹਿੰਦੇ ਅੱਗੇ ਉਹ ਆਗਮ ਹੈ, ਅੱਗੇ ਉਹ ਆਕਾਸ਼ ਜਿਹੜਾ ਹੈ ਉਹ ਬਹੁਤ ਅਗੰਮ ਹੈ, ਅਪਹੁੰਚ ਹੈ। ਭਗਤ ਦੀ ਗੱਲ ਕਰ ਰਹੇ, ਉਹ ਭਗਤ ਆਕਾਸ਼ ਰੂਪ ਹੈ, ਉਹ ਅਗੰਮ ਹੈ, ਅਪਹੁੰਚ ਹੈ, ਜਿੱਥੇ ਤੱਕ ਨਹੀਂ ਪਹੁੰਚ ਹੋ ਸਕਦੀ। ਤੇ ਕਹਿੰਦੇ ਫਿਰ ਕੀ ਹੋਏਗਾ? ਤੀਰ ਅੱਗੇ ਤੇ ਜਾਏਗਾ ਨਹੀਂ, ਬਲਕਿ ਕੀ ਹੋਏਗਾ? ਅੱਗੇ ਉਹ ਅਗੰਮ ਹੈ ਵਹਾਦੜੇ ਜਾਣ, ਵਹਾਦੜੇ ਜਾਣ। ਵੀ ਜਿਸ ਨੇ ਤੀਰ ਚਲਾਇਆ ਵਹਾਦੜੇ, ਵਾਧੇ ਕਰਨ ਵਾਲਾ, ਉਹ ਤੀਰ ਆ ਕੇ ਉਲਟਾ ਉਸੇ ਨੂੰ ਲੱਗੇਗਾ ਵਾਪਸ ਜੋ ਤੀਰ ਉਹਨੇ ਛੱਡੇ। ਜਿਸ ਨੀਅਤ ਨਾਲ ਤੀਰ ਛੱਡਣ ਦਾ ਮਤਲਬ ਹੈ ਕਿ ਮੈਂ ਕਿਸ ਨੀਅਤ ਨਾਲ ਗੁਰੂ ਪ੍ਰਤੀ ਵਿਵਹਾਰ ਕਰਦਾ, ਸੰਸਾਰ ਪ੍ਰਤੀ ਤੇ ਜੋ ਮੈਂ ਕਰਦਾ ਜਿਸ ਨੀਅਤ ਨਾਲ, ਉਹ ਤਾਂ ਮੈਨੂੰ ਪਤਾ ਹੀ ਹੈ। ਔਰ ਕਰਨਾ ਕਿਸ ਤਰੀਕੇ ਨਾਲ ਚਾਹੀਦਾ ਹੈ? ਕਹਿੰਦੇ ਨੇ ਕਰਨਾ ਕੀ ਹੈ? ਆਪਣੇ ਆਪ ਨੂੰ ਸੰਭਾਲਣ ਦੀ ਲੋੜ ਹੈ, ਇੱਥੇ ਆਪਣੀਆਂ ਖਾਮੀਆਂ ਕਮਜ਼ੋਰੀਆਂ ਕੱਢਣ ਦੀ ਲੋੜ ਹੈ। ਪਰ ਜਿਸ ਨੀਅਤ ਦੇ ਨਾਲ, ਜਿਸ ਸੋਚ ਦੇ ਨਾਲ ਉਹਦਾ ਵਰਤਾਓ ਭਗਤਾਂ ਨਾਲ ਹੁੰਦਾ, ਰੱਬ ਦੇ ਪਿਆਰਿਆਂ ਨਾਲ ਹੁੰਦਾ, ਇਹੀ ਤੀਰ ਛੱਡਣ ਦਾ ਮਤਲਬ ਹੁੰਦਾ ਕਿ ਮੇਰਾ ਵਰਤਾਓ ਆਮ ਸੰਸਾਰੀਆਂ ਪ੍ਰਤੀ ਜਿਸ ਤਰ੍ਹਾਂ ਹੁੰਦਾ ਉਸੇ ਤਰ੍ਹਾਂ ਦਾ ਵਿਵਹਾਰ ਮੇਰਾ ਭਗਤਾਂ ਨਾਲ ਵੀ ਹੋ ਜਾਂਦਾ, ਤਾਂ ਮੈਂ ਕਲੀਅਰ ਨਹੀਂ ਹਾਂ। ਕੀ ਹੁੰਦਾ ਹੈ ਕਿ ਮੇਰੇ ਤੀਰ ਜਿਹੜੇ ਨੇ ਉਹ ਸੰਸਾਰੀਆਂ ਦੇ ਉੱਤੇ ਜਾ ਕੇ ਲੱਗਦੇ ਨੇ, ਮੈਂ ਸੰਸਾਰੀਆਂ ਉੱਤੇ ਔਖਾ ਹੋ ਕੇ ਭਾਰੀ ਹੋ ਕੇ ਪੈਣਾ, ਤਾਂ ਮੈਂ ਸੰਸਾਰੀਆਂ ਨੂੰ ਤੀਰ ਛੱਡਦਾ ਰੋਜ਼। ਉਹੀ ਤੀਰ ਜਿਸ ਦਿਨ ਮੈਂ ਭਗਤਾਂ ਤੇ ਛੱਡ ਦੇਣਾ, ਉਹ ਫਿਰ ਤੀਰ ਵਾਪਸ ਲੱਗਦੇ ਨੇ, ਫਿਰ ਮੈਨੂੰ ਪ੍ਰੋਬਲਮ ਹੁੰਦੀ ਹੈ, ਫਿਰ ਮੈਂ ਚੀਕਾਂ ਮਾਰਦਾ ਕਿ ਮੇਰਾ ਨੁਕਸਾਨ ਹੋ ਰਿਹਾ, ਮੈਨੂੰ ਬਿਮਾਰੀਆਂ ਲੱਗ ਰਹੀਆਂ ਨੇ, ਮੇਰੇ ਘਰ ਬਰਬਾਦ ਹੋ ਰਹੇ। ਉੱਥੇ ਗੁਰੂ ਸਾਹਿਬ ਸੁਚੇਤ ਕਰ ਰਹੇ ਨੇ, ਕਹਿੰਦੇ ਇਸ ਤੋਂ ਬਚਣ ਦਾ ਤਰੀਕਾ ਇੱਕੋ ਹੀ ਹੈ ਕਿ ਤੂੰ ਆਪਣੇ ਆਪ ਨੂੰ ਪਰਖ, ਤਾਂ ਜੋ ਤੇਰਾ ਧਿਆਨ ਤੇਰੇ ਆਪਣੇ ਆਪ ਉੱਤੇ ਆਵੇ, ਬਾਕੀਆਂ ਵੱਲੋਂ ਹਟ ਜਾਏ, ਤੇ ਫਿਰ ਤੂੰ ਤੀਰ ਛੱਡਣੇ ਛੱਡ ਦੇਵੇਂ। ਬਿਛੂਆਂ ਦੇ ਉੱਤੇ ਮੰਤਰ ਜਿਹੜੇ ਚਲਾਉਂਦਾ ਹੈ ਉਹ ਵੀ ਛੁੱਟ ਜਾਣਗੇ।
नागा उत्ते तो मंत्र चलेगा ही नहीं, नागा उत्ते ते वो चलना ही नहीं, पर बिच्छुओं उत्ते भी चलना बंद हो जाएगा, क्योंकि वो स्वयं का फिक्र हो जाएगा ना। तो स्वयं के फिक्र वास्ते अज के शब्द च दस्या है कि दुनिया नालों अपने आप को तोड़न का तरीका है अपनियां कमजोरियां लभ के, झगड़े बखेड़ियां तो रहत होके अपने आप को मेहमान समझे, अपना जिहड़ा मूल है उसकी पहचान करे। ये 3-4 गल्लां नोट करन योग ने। स्वयं को पहचाने, की पहचाने, अपनी कमजोरी लभे। दूसरा, झगड़े बखेड़े ना करे क्योंकि वह मेहमान है, वो ये समझे कि मैं इस दुनिया च मेहमान हाँ। अपना मूल जिहड़ा रब है उसका ध्यान रख के सतसंगियां दे विच विचरे, ते अपनी जिहड़ी लभ बिरती है उसका ध्यान रखे, ते फिर उसदे जिहड़े तीर ने वो नहीं सृष्टि दे विच वजणगे, चलाएगा ही नहीं वो। वैसे असीं तीर चलाते हैं कि नहीं चलाते हैं, नोट करना। वो तीर चलाते हैं असीं सृष्टि च भारी पैंदे हैं, असीं किस किस उत्ते भारी पैंदे हैं। उही भारीपन जिसले भगतां दे उत्ते पैंदे हैं फिर वो वापस हुंदा है। वो तीर जिसले वापस हुंदा है तो फिर वो परेशानियां होंदियां ने। सानू पता नहीं हुंदा कि कौन कितनी शक्ति वाला है, किस कोल कितनी ताकत है। असीं सारिਆਂ ਨੂੰ ਇੱਕੋ ਜਿਹਾ समझ के फिर साडे वो तीर चलते। गुरु साहब कहते ਉਹਦਾ तरीका है कि स्वयं की जान पड़ताल करो ਤਾਂ ਜੋ ध्यान इधर उधर जावे ही ना। आओ इस श्लोक ਨੂੰ पढ़ लीए। महला दूजा। नानक परखे आप को तां पारख जान, रोग दारू दोवै बुझे तां वैद सुजान। वाट न करी मामला जाने मेहमान, मूल जान गल्ला करे हाण लाए हाण। लब न चली सच रहे सो विष्ट परवान, सर संधे आगास को क्यों पहुंचे बाण। अगे ओ आगम है वाहदड़े जान। वाहिगुरु जी का खालसा वाहिगुरु जी की फतेह।